ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਦਬਾ ਦਿਓ ਤਾਂ ਕਿ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਵੀਡੀਓ ਦਾ ਥੰਬਨੇਲ ਦੇਖ ਕੇ ਤੁਹਾਨੂੰ ਆਲਰੇਡੀ ਜਾਣਕਾਰੀ ਮਿਲ ਗਈ ਹੋਵੇਗੀ ਕਿ ਬ੍ਰਿਟਿਸ਼ ਕਾਉਂਸਲ ਨੇ ਇੰਡੀਆ ਦਾ ਆਪਣਾ ਜਿੰਨਾ ਵੀ ਆਇਲਸ ਦਾ ਬਿਜ਼ਨਸ ਸੀਗਾ ਉਹ ਆਈਡੀਪੀ ਨੂੰ ਸੈੱਲ ਕਰ ਦਿੱਤਾ ਹੈ। ਹੁਣ ਬ੍ਰਿਟਿਸ਼ ਕਾਉਂਸਲ ਤੇ ਆਈਡੀਪੀ ਦੋ ਡਿਫਰੈਂਟ ਕੰਪਨੀਆਂ ਨੇ ਜਿਹੜੀਆਂ ਆਇਲਸ ਦਾ ਐਗਜ਼ਾਮ ਲੈਂਦੀਆਂ ਸੀਗੀਆਂ। ਬ੍ਰਿਟਿਸ਼ ਕਾਉਂਸਲ ਇੱਕ ਯੂਕੇ ਦੀ ਕੰਪਨੀ ਹੈ ਤੇ ਆਈਡੀਪੀ ਜਿਹੜੀ ਹੈਗੀ ਆ ਉਹ ਆਸਟ੍ਰੇਲੀਆ ਦੀ ਕੰਪਨੀ ਹੈ। ਹੁਣ ਇਸ ਚੀਜ਼ ਦਾ ਤੁਹਾਡੇ ਉੱਤੇ ਕੀ ਅਸਰ ਹੋਵੇਗਾ? ਤੁਹਾਨੂੰ BC ਦਾ ਐਗਜ਼ਾਮ ਭਰਨਾ ਚਾਹੀਦਾ, ਨਹੀਂ ਭਰਨਾ ਚਾਹੀਦਾ? ਜੇ ਤੁਸੀਂ ਆਲਰੇਡੀ ਐਗਜ਼ਾਮ ਬ੍ਰਿਟਿਸ਼ ਕਾਉਂਸਲ ਦਾ ਭਰ ਚੁੱਕੇ ਹੋ ਤਾਂ ਤੁਹਾਡੇ ਨਾਲ ਕੀ ਹੋਵੇਗਾ? ਇਹ ਸਾਰੀ ਜਿਹੜੀ ਜਾਣਕਾਰੀ ਹੈਗੀ ਆ ਮੈਂ ਲੱਭ ਕੇ ਇਸ ਵੀਡੀਓ ਵਿੱਚ ਪਾ ਦਿੱਤੀ ਹੈ ਤੇ ਤੁਸੀਂ ਇਸ ਨੂੰ ਐਂਡ ਤੱਕ ਦੇਖ ਸਕਦੇ ਹੋ। ਹੁਣ ਜਿਹੜੀ ਇਹ ਸੇਲ ਫਾਈਨਲਾਈਜ਼ ਹੋਈ ਆ ਉਹ 130 ਮਿਲੀਅਨ ਪਾਉਂਡਸ ਵਿੱਚ ਫਾਈਨਲਾਈਜ਼ ਹੋਈ ਆ। ਹੁਣ ਇਹ ਕਰੰਸੀ ਇੰਡੀਅਨ ਵਿੱਚ ਕਿੰਨੀ ਹੋਵੇਗੀ ਮੈਂ ਤੁਹਾਨੂੰ ਦੱਸ ਦਿੰਦਾ। 13 ਅਰਬ 38 ਕਰੋੜ 67 ਲੱਖ ਤੇ 24,000 ਰੁਪਈਆ। ਇੰਨੇ ਵਿੱਚ ਸਾਰਾ ਜਿਹੜਾ ਉਹਨਾਂ ਨੇ ਆਪਣਾ ਬਿਜ਼ਨਸ ਸੀਗਾ ਉਹ ਆਈਡੀਪੀ ਨੂੰ ਸੈੱਲ ਕਰ ਦਿੱਤਾ ਹੈ। ਹੁਣ ਤੋਂ ਐਗਜ਼ਾਮ ਸਿਰਫ ਆਈਡੀਪੀ ਲਵੇਗੀ। ਹੁਣ ਇਹ ਜਿਹੜੀ ਜਾਣਕਾਰੀ ਹੈ ਇਹ ਜਿਹੜਾ ਬ੍ਰਿਟਿਸ਼ ਕਾਉਂਸਲ ਦਾ ਟਵਿੱਟਰ ਹੈਂਡਲ ਹੈਗਾ ਉਹਦੇ ਉੱਤੇ ਵੀ ਆਪਾਂ ਨੂੰ ਕਨਫਰਮਡ ਮਿਲ ਗਈ ਆ। ਉਹਨਾਂ ਨੇ ਟਵੀਟ ਪਿੰਨ ਕਰ ਰੱਖਿਆ ਜਿਹਦੇ ਵਿੱਚ ਲਿਖਿਆ ਹੋਇਆ ਹੈ ਕਿ 25 ਜੁਲਾਈ ਤੋਂ ਬਾਅਦ ਬ੍ਰਿਟਿਸ਼ ਕਾਉਂਸਲ ਜਿਹੜੀ ਹੈਗੀ ਆ ਉਹ ਇੰਡੀਆ ਵਿੱਚ ਬਿਜ਼ਨਸ ਨਹੀਂ ਕਰੇਗੀ, ਆਇਲਸ ਦਾ ਐਗਜ਼ਾਮ ਨਹੀਂ ਲਵੇਗੀ। ਤੇ ਇਹ ਜਾਣਕਾਰੀ ਆਪਾਂ ਨੂੰ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਉੱਤੇ ਵੀ ਦੇਖਣ ਨੂੰ ਮਿਲ ਰਹੀ ਆ। ਅਫੀਸ਼ੀਅਲ ਵੈਬਸਾਈਟ ਉੱਤੇ ਉਹਨਾਂ ਨੇ ਪ੍ਰੋਪਰ ਇੱਕ ਪ੍ਰੈਸ ਨੋਟ ਦਿੱਤਾ ਹੈ ਜਿਹਦੇ ਵਿੱਚ ਸਾਰੀ ਇਨਫੋਰਮੇਸ਼ਨ ਆਪਣੇ ਨਾਲ ਸ਼ੇਅਰ ਕੀਤੀ ਹੈ। ਹੁਣ ਇਸ ਪ੍ਰੈਸ ਨੋਟ ਵਿੱਚ ਦੋ ਪੁਆਇੰਟਸ ਨੇ ਜਿਹੜੇ ਮੈਂ ਪੁਆਇੰਟ ਆਊਟ ਕਰਨਾ ਚਾਹੂੰਗਾ। ਇੱਕ ਤਾਂ ਇਹ ਕਿ 100% ਦਾ 100% ਬਿਜ਼ਨਸ, ਮਤਲਬ ਕੋਈ ਐਗਜ਼ਾਮ ਨਹੀਂ ਲਵੇਗੀ ਬ੍ਰਿਟਿਸ਼ ਕਾਉਂਸਲ। ਸਾਰੇ ਐਗਜ਼ਾਮ ਕੌਣ ਲਵੇਗੀ? ਆਈਡੀਪੀ ਲਵੇਗੀ। ਪੂਰਾ ਬਿਜ਼ਨਸ ਸੈੱਲ ਕਰ ਦਿੱਤਾ ਹੈ, ਬਿਲਕੁਲ ਵੀ ਬ੍ਰਿਟਿਸ਼ ਕਾਉਂਸਲ ਨੇ ਆਪਣੇ ਕੋਲੇ ਨਹੀਂ ਰੱਖਿਆ। ਅਤੇ ਦੂਸਰੀ ਚੀਜ਼ ਕਿਹੜੀ ਹੈ ਕਿ ਜਿਹੜੇ ਬ੍ਰਿਟਿਸ਼ ਕਾਉਂਸਲ ਦੇ EMPLOYE ਸੀਗੇ ਜਿਹੜੇ ਤੁਹਾਡਾ ਸਪੀਕਿੰਗ ਦਾ ਐਗਜ਼ਾਮ ਲੈਣ ਆਉਂਦੇ ਸੀਗੇ ਜਦੋਂ ਤੁਸੀਂ BC ਦਾ ਪੇਪਰ ਭਰਦੇ ਸੀਗੇ ਜਾਂ ਤੁਹਾਡੇ ਐਗਜ਼ਾਮਸ ਨੂੰ ਚੈੱਕ ਕਰਦੇ ਸੀਗੇ, ਉਹਨਾਂ ਸਾਰਿਆਂ ਦੀਆਂ ਨੌਕਰੀਆਂ ਜਾ ਨਹੀਂ ਰਹੀਆਂ। ਉਹ ਕੰਮ ਕਰਨਗੇ ਪਰ ਕਿਹਦੇ ਅੰਡਰ ਕੰਮ ਕਰਨਗੇ? ਆਈਡੀਪੀ ਦੇ ਅੰਡਰ ਕੰਮ ਕਰਨਗੇ। ਸੋ ਬੱਚਿਆਂ ਵਿੱਚ ਜੋ ਧਾਰਨਾਵਾਂ ਬਣੀਆਂ ਹੁੰਦੀਆਂ ਸੀਗੀਆਂ ਕਿ BC ਦੇ ਐਗਜ਼ਾਮੀਨਰ ਵਧੀਆ ਹੁੰਦੇ ਨੇ ਜਾਂ ਆਈਡੀਪੀ ਦੇ ਐਗਜ਼ਾਮੀਨਰ ਵਧੀਆ ਹੁੰਦੇ ਨੇ, ਉਹਨਾਂ ਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ। ਸਾਰੇ ਐਗਜ਼ਾਮੀਨਰ ਜਿਹੜੇ ਆਉਣਗੇ ਉਹ ਆਈਡੀਪੀ ਦੇ ਐਗਜ਼ਾਮੀਨਰ ਹੋਣਗੇ। ਉਹਨਾਂ ਆਈਡੀਪੀ ਵੱਲੋਂ ਹੀ ਉਹ ਟ੍ਰੇਨ ਕੀਤੇ ਗਏ ਹੋਣਗੇ। ਸੋ ਪੂਰੀ ਟ੍ਰੇਨਿੰਗ, ਪੂਰੇ ਐਗਜ਼ਾਮ ਕੰਡਕਟ ਕਰਨ ਦਾ ਜ਼ਿੰਮੇਵਾਰੀ ਜਿੰਨੀ ਵੀ ਹੈਗੀ ਆ ਉਹ ਹੁਣ ਆਈਡੀਪੀ ਦੇ ਅੰਡਰ ਹੋਵੇਗੀ। ਹੁਣ ਇਹ ਚੀਜ਼ ਤਾਂ ਜਿਹੜੀ ਹੋਣੀ ਸੀ ਹੋ ਗਈ। ਇਹਦਾ ਸਿੱਟਾ ਕੀ ਨਿਕਲਿਆ ਹੈ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ। ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਕਿਸੇ ਹੋਰ ਵੀਡੀਓ ਵਿੱਚ ਨਹੀਂ ਮਿਲੂਗੀ, ਮੈਂ ਲੱਭੀ ਜਿਹੜੀ ਹੈਗੀ ਆ ਤੁਹਾਡੇ ਲਈ। ਇਹਦੇ ਵਿੱਚ ਕੀ ਹੈ ਕਿ ਜਗਦੀਪ ਸਿੰਘ ਗਿੱਲ ਨਾਮ ਦਾ ਇੱਕ ਬੰਦਾ ਹੈ ਜੋ ਇੰਡੀਆ ਵਿੱਚ IELTS ਜੋ ਤੁਸੀਂ ਲਾਲ ਅੱਖਰਾਂ ਵਿੱਚ ਲਿਖਿਆ ਦੇਖਦੇ ਆ ਉਸ ਟ੍ਰੇਡਮਾਰਕ ਨੂੰ ਓਨ ਕਰਦਾ ਹੈ। ਉਸ ਦਾ ਮਾਲਕ ਹੈ 2029 ਤੱਕ। ਇਸ ਦਾ ਮਤਲਬ ਕੀ ਹੈ ਕਿ ਆਈਡੀਪੀ ਹੋਵੇ ਜਾਂ ਬ੍ਰਿਟਿਸ਼ ਕਾਉਂਸਲ ਹੋਵੇ, ਜੇ ਉਹ ਇਸ ਲੋਗੋ ਨੂੰ, ਇਸ ਟ੍ਰੇਡਮਾਰਕ ਨੂੰ ਵਰਤਣਾ ਚਾਹੁੰਦੀ ਆ ਤਾਂ ਉਸ ਨੂੰ ਕਿਤੋਂ ਪਰਮਿਸ਼ਨ ਲੈਣੀ ਪੈਂਦੀ ਹੈ? ਜਗਦੀਪ ਸਿੰਘ ਗਿੱਲ। ਹੁਣ ਇਹ ਜਿਹੜੀ ਨਿਊਜ਼ ਆਈ ਹੈ ਉਸ ਬਾਰੇ ਜਗਦੀਪ ਸਿੰਘ ਗਿੱਲ ਦਾ ਕੀ ਕਹਿਣਾ ਹੈ ਮੈਂ ਉਹ ਵੀ ਤੁਹਾਨੂੰ ਦੱਸ ਦਿੰਦਾ ਹੈ। ਜਗਦੀਪ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਹ ਜਿਹੜੀ ਚੀਜ਼ ਹੋਈ ਹੈ ਕਿ ਬ੍ਰਿਟਿਸ਼ ਕਾਉਂਸਲ ਨੇ ਆਪਣਾ ਇੰਡੀਆ ਦਾ ਪੂਰਾ ਬਿਜ਼ਨਸ ਆਈਡੀਪੀ ਨੂੰ ਸੈੱਲ ਕੀਤਾ ਹੈ ਉਹ ਗਲਤ ਹੋਈ ਹੈ। ਹੁਣ ਉਸ ਦੇ ਇਹ ਕਹਿਣ ਪਿੱਛੇ ਕੁਝ ਕਾਰਨ ਵੀ ਨੇ ਜੋ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਤੁਹਾਡੇ ਨਾਲ। ਉਹਦਾ ਕਹਿਣਾ ਇਹ ਹੈ ਕਿ ਪਹਿਲੀ ਗੱਲ ਤਾਂ ਮੇਰੀ ਰਾਏ ਨਹੀਂ ਲਈ ਗਈ, ਕਿਉਂਕਿ ਜੇ ਆਇਲਸ ਦਾ ਟ੍ਰੇਡਮਾਰਕ ਉਹਨਾਂ ਕੋਲ ਹੈਗਾ ਤਾਂ ਉਹਨਾਂ ਦੀ ਸਲਾਹ ਲੈਣੀ ਬਣਦੀ ਸੀਗੀ ਅਤੇ ਉਹ ਕਹਿੰਦੇ ਮੇਰੀ ਸਲਾਹ ਨਹੀਂ ਲਈ ਗਈ। ਦੂਸਰੀ ਚੀਜ਼ ਇਹਦੇ ਨਾਲ ਕੀ ਹੋਵੇਗੀ ਕਿ ਅੱਗੇ ਜਿਹੜਾ ਐਗਜ਼ਾਮ ਸੀਗਾ ਉਹ ਬ੍ਰਿਟਿਸ਼ ਕਾਉਂਸਲ ਅਤੇ ਆਈਡੀਪੀ ਲੈਂਦੇ ਸੀਗੇ। ਸੋ ਦੋਵਾਂ ਦੇ ਵਿੱਚ ਕੰਪੀਟੀਸ਼ਨ ਸੀਗਾ ਅਤੇ ਫੀਸਾਂ ਜਿਹੜੀਆਂ ਸੀਗੀਆਂ ਉਹ ਇੰਨੀਆਂ ਵੱਧਦੀਆਂ ਨਹੀਂ ਹੁੰਦੀਆਂ ਸੀ। ਪਰ ਕਿਉਂਕਿ ਹੁਣ ਸਿਰਫ ਆਈਡੀਪੀ ਪੇਪਰ ਲਵੇਗੀ ਤਾਂ ਆਈਡੀਪੀ ਆਪਣੀ ਮਰਜ਼ੀ ਮੁਤਾਬਕ ਆਇਲਸ ਦੀ ਫੀਸ ਤੈਅ ਕਰ ਸਕਦੀ ਹੈ। ਹੁਣ ਮੰਨ ਕੇ ਚੱਲੋ ਕੱਲ੍ਹ ਨੂੰ ਉਹ ਆਇਲਸ ਦੀ ਫੀਸ 16,000 ਕਰ ਦਿੰਦੀ ਆ, 18 ਕਰ ਦਿੰਦੀ ਆ, 20,000 ਕਰ ਦਿੰਦੀ ਆ, 25-30,000 ਕਰ ਦਿੰਦੀ ਆ। ਤੁਸੀਂ ਪੇਪਰ ਦੇਣਾ ਹੈ, ਤੁਹਾਨੂੰ ਪੇਪਰ ਦੇਣਾ ਹੀ ਪਊਗਾ ਕਿਉਂਕਿ ਤੁਹਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈਗਾ। ਤੁਹਾਨੂੰ ਆਈਡੀਪੀ ਦੇ ਅੰਡਰ ਆਪਣਾ ਐਗਜ਼ਾਮ ਦੇਣਾ ਹੀ ਪਊਗਾ, ਜਿੰਨੀ ਮਰਜ਼ੀ ਉਹ ਫੀਸ ਤੁਹਾਨੂੰ ਚਾਰਜ ਕਰੀ ਜਾਵੇ। ਸੋ ਜਗਦੀਪ ਸਿੰਘ ਗਿੱਲ ਦਾ ਕੀ ਕਹਿਣਾ ਹੈ ਕਿ ਇਹ ਵੀ ਜਿਹੜੀ ਚੀਜ਼ ਹੈਗੀ ਆ ਜੋ ਹੋ ਸਕਦੀ ਆ ਫਿਊਚਰ ਵਿੱਚ ਉਹ ਵੀ ਗਲਤ ਹੈ, ਇੰਝ ਨਹੀਂ ਹੋਣਾ ਚਾਹੀਦਾ। ਉਹ ਕਹਿੰਦਾ ਜੇ ਇਹ ਚੀਜ਼ ਫੇਰ ਵੀ ਹੁੰਦੀ ਆ, ਜੇ ਸਟੂਡੈਂਟਸ ਦੇ ਜਿਹੜੇ ਹੱਕ ਹੈ ਉਹਨਾਂ ਨਾਲ ਕੋਈ ਕਿਸੇ ਤਰ੍ਹਾਂ ਦਾ ਵੀ ਖਿਲਵਾੜ ਹੁੰਦਾ ਹੈ ਤਾਂ ਉਹ ਇੰਟਰਨੈਸ਼ਨਲ ਕੋਰਟ ਵਿੱਚ ਜਾ ਕੇ ਅਪੀਲ ਕਰਨਗੇ। ਹੁਣ ਮੁੱਖ ਦੀ ਗੱਲ, ਮੇਨ ਗੱਲ ਜਿਹਦੇ ਬਾਰੇ ਤੁਹਾਨੂੰ ਇੰਟਰਸਟ ਹੋਵੇਗਾ ਕਿ ਜੇ ਤੁਸੀਂ ਬ੍ਰਿਟਿਸ਼ ਕਾਉਂਸਲ ਦਾ ਐਗਜ਼ਾਮ ਭਰ ਚੁੱਕੇ ਹੋ ਜਾਂ ਤੁਸੀਂ ਬ੍ਰਿਟਿਸ਼ ਕਾਉਂਸਲ ਦਾ ਐਗਜ਼ਾਮ ਭਰਨਾ ਚਾਹੁੰਦੇ ਹੋ ਤਾਂ ਤੁਹਾਡੇ ਨਾਲ ਕੀ ਹੋਵੇਗਾ। ਜੇ ਤੁਸੀਂ ਬ੍ਰਿਟਿਸ਼ ਕਾਉਂਸਲ ਦਾ ਐਗਜ਼ਾਮ ਹੁਣ ਭਰਨਾ ਚਾਹੁੰਦੇ ਹੋ ਤਾਂ ਤੁਸੀਂ ਨਹੀਂ ਭਰ ਪਾਓਗੇ, ਤੁਹਾਨੂੰ ਆਈਡੀਪੀ ਦਾ ਐਗਜ਼ਾਮ ਹੀ ਭਰਨਾ ਪਵੇਗਾ। ਜੇ ਤੁਸੀਂ ਆਲਰੇਡੀ ਬ੍ਰਿਟਿਸ਼ ਕਾਉਂਸਲ ਦਾ ਐਗਜ਼ਾਮ ਭਰ ਚੁੱਕੇ ਹੋ ਤਾਂ ਫਿਰ ਕੀ ਹੋਵੇਗਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਮੇਰੀ ਇੱਕ ਸਟੂਡੈਂਟ ਹੈ ਰਾਜਵੀਰ, ਉਸਨੂੰ ਇਹ ਇੱਕ ਈਮੇਲ ਆਇਆ ਹੈ ਜੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਰਿਹਾ। 11 ਜੂਨ ਦੇ ਆਸ-ਪਾਸ ਅਸੀਂ ਉਹਦਾ ਪੇਪਰ ਭਰਿਆ ਸੀ ਅਤੇ ਉਹ ਡਿਲੇ ਹੁੰਦਾ 17 ਜੁਲਾਈ 'ਤੇ ਚਲਾ ਗਿਆ। ਹੁਣ ਬ੍ਰਿਟਿਸ਼ ਕਾਉਂਸਲ ਦੀ ਕੀ ਈਮੇਲ ਆਉਂਦੀ ਹੈ ਕਿ 11 ਜੁਲਾਈ ਤੱਕ ਦੇ ਜਿਹੜੇ ਪੇਪਰ ਆ ਉਹ ਤਾਂ ਬ੍ਰਿਟਿਸ਼ ਕਾਉਂਸਲ ਲਵੇਗੀ, ਪਰ ਉਸ ਤੋਂ ਬਾਅਦ ਦੇ ਜਿਹੜੇ ਪੇਪਰ ਆ ਉਹ ਬ੍ਰਿਟਿਸ਼ ਕਾਉਂਸਲ ਨਹੀਂ ਲਵੇਗੀ। ਹੁਣ
ਕਿਉਂਕਿ ਤੁਹਾਡਾ ਐਗਜ਼ਾਮ 17 ਜੁਲਾਈ ਨੂੰ ਹੋਵੇਗਾ ਤਾਂ ਤੁਹਾਡਾ ਐਗਜ਼ਾਮ ਜਿਹੜਾ ਕੌਣ ਲਵੇਗੀ, IDP ਲਵੇਗੀ, ਅਸੀਂ ਨਹੀਂ ਲਵਾਂਗੇ। ਤੇ 7 ਜੁਲਾਈ ਤੱਕ ਤੁਹਾਨੂੰ ਲੌਗਇਨ ਡਿਟੇਲਸ ਜਿਹੜੀਆਂ ਹੈਗੀਆਂ ਉਹ ਭੇਜ ਦਿੱਤੀਆਂ ਜਾਣਗੀਆਂ। ਲੌਗਇਨ ਡਿਟੇਲਸ ਦਾ ਮਤਲਬ ਕੀ ਹੁੰਦਾ, ID ਪਾਸਵਰਡ ਜਿਹੜਾ ਆਪਾਂ ਨੂੰ ਚਾਹੀਦਾ ਹੁੰਦਾ ਆਪਣਾ ਰਿਜ਼ਲਟ ਦੇਖਣ ਲਈ ਜਾਂ ਕੋਈ ਚੇਂਜਸ ਆਪਾਂ ਕਰਨੇ ਚਾਹੁੰਦੇ ਆ ਆਪਣੇ ਐਗਜ਼ਾਮ ਵਿੱਚ, ਉਹ ਚੇਂਜਸ ਕਰਨ ਲਈ। ਹੁਣ ਕਿਉਂਕਿ BC ਦਾ ਪੇਪਰ ਲੈ ਨਹੀਂ ਰਿਹਾ ਤਾਂ IDP ਪੇਪਰ ਲਵੇਗਾ, ਤਾਂ ਜਿਹੜਾ ਲੌਗਇਨ ID ਪਾਸਵਰਡ ਵਗੈਰਾ ਵੀ ਉਹ ਕਿਹਦਾ ਚਾਹੀਦਾ ਹੋਊਗਾ, IDP ਦਾ। ਸੋ ਜੇ ਤੁਸੀਂ ਬ੍ਰਿਟਿਸ਼ ਕਾਉਂਸਲ ਦਾ ਪੇਪਰ ਆਲਰੇਡੀ ਭਰ ਚੁੱਕੇ ਹੋ ਤਾਂ ਆਪਣੀ ਈਮੇਲ ਚੈੱਕ ਕਰਦੇ ਰਹੋ। ਜੇ ਤੁਸੀਂ ਕਿਸੇ ਤੋਂ ਪੇਪਰ ਭਰਵਾਇਆ ਹੈ ਤੇ ਉਹਨਾਂ ਨੇ ਆਪਣੀ ਈਮੇਲ ਪਾਈ ਹੈ ਤਾਂ ਉਹਨਾਂ ਨੂੰ ਪੁੱਛੋ ਕਿ ਭਾਈ ਕੋਈ ਈਮੇਲ ਆਇਆ ਤਾਂ ਨਹੀਂ ਹੈਗਾ, ਸਾਡਾ ID ਪਾਸਵਰਡ ਵਗੈਰਾ ਚੇਂਜ ਤਾਂ ਨਹੀਂ ਹੋਇਆ, ਕਿਉਂਕਿ ਉਹ ਹੁਣ IDP ਦਾ ਹੋਵੇਗਾ। ਇੱਕ ਚੀਜ਼ ਹੋਰ ਜੋ ਉਹਨਾਂ ਨੇ ਬੜੀ ਇੰਪੋਰਟੈਂਟ ਕਹੀ ਹੈ ਕਿ ਜੋ ਤੁਹਾਡਾ ਐਗਜ਼ਾਮ ਹੈਗਾ ਉਹ 1-2 ਦਿਨ ਅੱਗੇ ਪਿੱਛੇ ਹੋ ਸਕਦਾ ਹੈ ਤੇ ਲੋਕੇਸ਼ਨ ਵੀ ਜਿਹੜੀ ਤੁਸੀਂ ਫਾਈਨਲਾਈਜ਼ ਕੀਤੀ ਹੈ ਉਹ ਵੀ ਇੱਧਰ ਉੱਧਰ ਹੋ ਸਕਦੀ ਹੈ। ਮੰਨ ਕੇ ਚੱਲੋ ਤੁਸੀਂ ਮੋਗੇ ਦਾ ਪੇਪਰ ਭਰਿਆ ਹੈ, ਉੱਥੇ ਸੀਟ ਅਵੇਲੇਬਲ ਨਹੀਂ ਹੈਗੀ ਤਾਂ ਹੋ ਸਕਦਾ ਤੁਹਾਡਾ ਪੇਪਰ ਲੁਧਿਆਣੇ ਹੋ ਜੇ, ਜਲੰਧਰ ਹੋ ਜੇ, ਬਠਿੰਡਾ ਹੋ ਜੇ, ਉਹ ਵੀ ਚੀਜ਼ ਹੋ ਸਕਦੀ ਹੈ ਤੇ ਪੇਪਰ ਵੀ 1-2 ਦਿਨ ਅੱਗੇ ਪਿੱਛੇ ਜਾ ਸਕਦਾ ਹੈ। ਸੋ ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਪਤਾ ਲੱਗੂ, ਤੁਹਾਡੇ ਈਮੇਲ ਤੋਂ ਪਤਾ ਲੱਗੂ। ਬ੍ਰਿਟਿਸ਼ ਕਾਉਂਸਲ ਤੁਹਾਨੂੰ ਈਮੇਲ ਸੈਂਡ ਕਰੇਗਾ ਤਾਂ ਉਸ ਚੀਜ਼ ਨੂੰ ਰੈਗੂਲਰਲੀ ਚੈੱਕ ਕਰਦੇ ਰਹੋ। ਤੇ ਜੇ ਤੁਸੀਂ ਨਵਾਂ ਐਗਜ਼ਾਮ ਭਰਨ ਬਾਰੇ ਸੋਚ ਰਹੇ ਹੋ ਤਾਂ IDP ਤੋਂ ਹੀ ਭਰਿਓ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ। ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਅਸੀਂ ਹੋਰ ਵੀ ਜਾਣਕਾਰੀ ਜਿਹੜੀ ਲੇਟੈਸਟ ਹੈਗੀ IELTS ਦੇ ਸੰਬੰਧਿਤ ਜਾਂ ਗ੍ਰਾਮਰ ਦੀਆਂ ਸਾਡੀਆਂ ਕਲਾਸਿਸ ਚੱਲ ਰਹੀਆਂ ਨੇ ਉਹ ਸਾਰੀ ਅਸੀਂ ਇੱਥੇ ਸ਼ੇਅਰ ਕਰਦੇ ਹਾਂ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ।